ਤੇ ਸਾਡਾ ਫਰਜ਼ ਬਣਦਾ ਜਦੋਂ ਵੀ ਕੋਈ ਇਦਾਂ ਦਾ ਕੰਮ ਹੋਵੇ ਤੇ ਅਸੀਂ ਉਹਨਾਂ ਦੇ ਨਾਲ ਖੜੀਏ, ਕਿਉਂਕਿ ਇੱਕ ਦੂਜੇ ਨਾਲ ਜਿਹੜੀ ਏਕਤਾ ਉਹ ਬਰਦਾਸ਼ਤ ਨਹੀਂ ਹੋ ਰਹੀ ਸਰਕਾਰ ਤੋਂ। ਇਹ ਪਹਿਲਾਂ ਸਾਨੂੰ ਵੜਦੇ ਸੀ ਪਾਣੀਆਂ ਦੇ ਮੁੱਦੇ ਲਾ ਕੇ ਜਾਂ ਹੋਰ ਮੁੱਦਿਆਂ ਤੋਂ, ਹੁਣ ਅਸੀਂ ਇਕੱਠੇ ਹੋ ਗਏ ਆ, ਇਹ ਚੀਜ਼ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। मनोहर लाल खट्टर मुर्दाबाद, आयुष सिन्हा मुर्दाबाद, आयुष सिन्हा मुर्दाबाद, हरजिंदर सिंह गद्दार मुर्दाबाद, मोदी सरकार मुर्दाबाद, मोदी सरकार मुर्दाबाद, सेंट्रल सरकार मुर्दाबाद, की चक देंगे, इक्की चक देंगे, डरते नहीं तेरे गुंडिया तो, डरते नहीं तेरे गुंडिया तो, ये सरकारां कर दिया की, ये सरकारां कर दिया की, सरकारें तेरे कम निकम्मे, सरकारें तेरे कम निकम्मे, दानी बानी मुर्दाबाद, 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 योगी जोगी मुर्दाबाद, 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 मोदी मोदी मुर्दाबाद, 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 मोदी मर गया, खट्टर मर गया, आयुष सिन्हा मर गया, हरजिंदर सिंह मर गया, कंगना मर गई, पायल मर गई, ਆਪਾਂ ਜੀ ਅੱਜ ਸਾਡਾ ਬੈਸਟੈਕ ਮੋਰਚਾ ਇੱਥੇ 66 ਸੈਕਟਰ ਬੈਸਟੈਕ ਦੇ ਮਾਲ ਦੇ ਸਾਹਮਣੇ। ਅਸੀਂ ਜਿਹੜਾ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਹੋਇਆ ਜਿਹੜਾ ਕਿਸਾਨਾਂ ਦੇ ਕਰਨਾਲ 'ਚ, ਖਾਸ ਕਰ ਜਿਹੜਾ ਮਨੋਹਰ ਲਾਲ ਖੱਟਰ, ਉਸ ਤੋਂ ਬਾਅਦ ਆਯੂਸ਼ ਸਿਨਹਾ ਜਿਹੜੇ SDM ਨੇ, ਤੇ ਉਸ ਤੋਂ ਬਾਅਦ ਇੱਕ ਸਾਡਾ ਸਿੱਖੀ ਪਹਿਰਾਵੇ 'ਚ ਆਰਮੀ ਦਾ ਜਾਂ ਤੁਸੀਂ ਕਹਿ ਸਕਦੇ ਹੋ ਜਿਹੜੀ ਰੈਪਿਡ ਐਕਸ਼ਨ ਫੋਰਸ ਦਾ ਆਫੀਸਰ ਸੀਗਾ ਹਰਜਿੰਦਰ ਸਿੰਘ SHO ਹੈ, ਉਹਨਾਂ ਦੇ ਖਿਲਾਫ ਉਹਨਾਂ ਦੇ ਪੁਤਲੇ ਸਾੜਨ ਲਈ ਰੋਸ ਵਜੋਂ ਅਸੀਂ ਇਕੱਠੇ ਹੋਏ ਹਾਂ, ਕਿਉਂਕਿ ਬਹੁਤ ਹੀ ਅਣਮਨੁੱਖਾ ਤਸ਼ੱਦਦ ਇਹਨਾਂ ਨੇ ਕੀਤਾ। ਕਿਸਾਨ ਜਿਹੜੇ ਵਿਰੋਧ ਕਰ ਰਹੇ ਸੀਗੇ, ਰਸਤੇ 'ਚ ਸਿਰਫ ਖੜੇ ਸੀ ਸ਼ਾਂਤਮਈ ਤਰੀਕੇ ਨਾਲ, ਉਹਨਾਂ 'ਤੇ ਇੰਨਾ ਤਸ਼ੱਦਦ ਕਰਨਾ, ਤੇ ਖਾਸ ਕਰ SDM ਦਾ ਜਿਹਨੇ ਸਿੱਧਾ ਜੋ ਆਪਣਾ ਕੌਂਸਟੀਟਿਊਸ਼ਨ ਬਿਲਕੁਲ ਵੀ ਉਹਨਾਂ ਨੂੰ ਇਹ ਅਧਿਕਾਰ ਨਹੀਂ ਦਿੰਦਾ ਵੀ ਸਿੱਧਾ ਤੁਸੀਂ ਇੱਦਾਂ ਕਹੋ ਕਿ ਜਾ ਕੇ ਸਿਰ 'ਤੇ ਟਾਰਗੇਟ ਰੱਖੋ। ਤੇ ਇੱਕ ਗੱਲ ਇਹਨਾਂ ਦੀ ਮਨਸ਼ਾ ਜਿਹੜੀ ਸਰਕਾਰ ਦੀ ਹੈ ਉਹ ਬਿਲਕੁਲ ਕਲੀਅਰ ਹੋ ਗਈ ਹੈ ਵੀ ਜਿਹੜਾ ਇਹ ਕਹਿੰਦੇ ਸੀਗੇ, ਇਹਨਾਂ ਨੇ ਇੱਕ ਕਲੌਜ਼ ਪਾਇਆ ਸੀ ਵੀ ਜੇ ਕੱਲ੍ਹ ਨੂੰ ਕਿਸੇ ਓਨਰ ਜਾਂ ਕਿਸਾਨ ਨਾਲ ਕੋਈ ਪੰਗਾ ਹੋ ਜਾਂਦਾ ਤੇ SDM ਉਹਨੂੰ ਕਲੀਅਰ ਕਰੂਗਾ। SDM ਕਿਵੇਂ ਸਮਝੌਤਾ ਕਰਾ ਰਿਹਾ? SDM ਤੁਹਾਡੇ ਸਾਹਮਣੇ ਹੈ, ਉਹ ਕਹਿ ਰਿਹਾ ਵੀ ਕਿਸਾਨਾਂ ਦੇ ਸਿਰਾਂ 'ਚ ਜਾ ਕੇ ਟਾਰਗੇਟ ਕਰੋ। ਇਹ ਜਿਹੜਾ ਇੱਕ ਸਾਡਾ ਵੀਰ ਸ਼ਹੀਦ ਹੋ ਗਿਆ, ਇੱਕ ਵੀਰ ਦੇ ਜਿਹੜਾ ਸਾਡਾ ਗੁਰਜੰਟ ਸਿੰਘ ਹੈ, ਉਹਦੇ ਨੱਕ 'ਤੇ ਇੰਨੀ ਸੱਟ ਲੱਗੀ, ਉਸ ਤੋਂ ਬਾਅਦ ਜਦੋਂ ਉਹਦਾ ਇਲਾਜ ਹੋਇਆ ਤੇ ਉਹਦੀ ਅੱਖ ਦੀ ਰੋਸ਼ਨੀ ਚਲੇ ਗਈ। ਸੋ ਉਹਦੇ 'ਤੇ ਇੱਕ 307 ਦਾ ਬਿਲਕੁਲ ਕੇਸ ਬਣਦਾ, 302 ਦਾ ਇਰਾਦਾ ਕਤਲ ਵੀ, ਤੇ ਕਤਲ ਇੱਕ ਹੋਇਆ ਵੀ ਹੈ। ਬਿਲਕੁਲ ਉਹਦਾ ਇਕੱਲਾ ਉਹਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ, ਉਹਨੂੰ ਡਿਸਮਿਸ ਕਰਨਾ ਚਾਹੀਦਾ। ਇਸੇ ਮੰਗ ਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੋਏ ਹਾਂ, ਤੇ ਸਾਡਾ ਵਿਰੋਧ ਵੀ ਇਹੀ ਹੈ ਕਿ ਅਸੀਂ ਫਿਰ ਇਹਨਾਂ ਦਾ ਪੁਤਲੇ ਸਾੜ ਕੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ। ਖੱਟਰ ਸਰਕਾਰ ਤਾਂ ਪਿਛਲੇ 9 ਮਹੀਨਿਆਂ ਤੋਂ ਜਦੋਂ ਅਸੀਂ ਉੱਥੇ ਦਿੱਲੀ 'ਚ ਬੈਠੇ ਹਾਂ ਉਦੋਂ ਦੇ ਕਹਿ ਹੀ ਰਹੇ ਆ ਵੀ ਅਸੀਂ ਸਹੀ ਕੀਤਾ। ਜੇ ਉਹ ਸ਼ੁਰੂ ਤੋਂ ਸਹੀ ਕਰ ਰਹੇ ਆ, ਫਿਰ ਜਿਹੜੇ ਪਹਿਲੇ 9 ਜਾਂ 11 ਮੀਟਿੰਗਾਂ ਦਾ ਦੌਰ ਚੱਲਿਆ ਉਹ ਕਿਉਂ
ਉਹ ਕਿਉਂ ਚੱਲਿਆ? ਉਸ ਤੋਂ ਬਾਅਦ ਉਹ ਮੀਟਿੰਗ ਲਈ ਸੱਦ ਕਿਉਂ ਨਹੀਂ ਰਹੇ ਕਿਸਾਨਾਂ ਨੂੰ? ਕਿਉਂਕਿ ਗੱਲਬਾਤ ਕਰਨ ਦਾ ਉਹਨਾਂ ਕੋਲ ਕੋਈ ਸਾਡੇ ਲੀਡਰ ਏਡੇ ਕੈਪੇਬਲ ਹੈਗੇ ਆ ਕਿ ਉਹਨਾਂ ਦੀ ਹਰ ਚੀਜ਼ ਦਾ ਜਵਾਬ ਦਿੰਦੇ ਆ। ਹੁਣ ਉਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ, ਨਾ ਉਹ ਜਵਾਬ ਦੇਣਾ ਚਾਹੁੰਦੇ ਆ। ਬਸ ਆਪਣਾ ਜਿਹੜੀ ਕਾਰਵਾਈ ਆ ਉਹ ਡਰਾ ਧਮਾਕਾ ਕੇ ਸਾਨੂੰ ਆਪਸ 'ਚ ਵੰਡ ਕੇ ਸਾਨੂੰ ਵਾਪਸ ਭੇਜਣਾ ਚਾਹੁੰਦੇ ਆ। ਪਰ ਸਾਡੇ ਇਰਾਦੇ ਬਿਲਕੁਲ ਮਜ਼ਬੂਤ ਨੇ, ਅਸੀਂ ਵਾਪਸ ਨਹੀਂ ਮੁੜਦੇ ਜਦੋਂ ਤੱਕ ਜਿੱਤਦੇ ਨਹੀਂ। ਦੇਖੋ ਜੀ, ਹਰਿਆਣੇ ਦੀ ਸਰਕਾਰ 'ਚ ਨਹੀਂ, ਬਿਲਕੁਲ ਗੱਲ ਇੱਦਾਂ ਵੀ ਇਹ ਜਿਹੜਾ ਧਰਨਾ ਇਕੱਲਾ ਹਰਿਆਣੇ ਦਾ ਨਹੀਂਗਾ। ਲਾਠੀ ਚਾਰਜ ਕਿਤੇ ਵੀ ਕਿਸੇ ਵੀ ਪਾਰਟ 'ਚ ਹੁੰਦਾ, 20 ਤੋਂ 25 ਸਟੇਟਾਂ ਸਾਡੇ ਨਾਲ ਨੇ। ਜਦੋਂ ਕਿਸਾਨਾਂ ਤੇ ਲਾਠੀ ਚਾਰਜ ਹੁੰਦਾ ਫਿਰ ਕੋਈ ਹਰਿਆਣਾ ਕੋਈ ਪੰਜਾਬ ਨਹੀਂ ਆਉਂਦਾ, ਇਹ ਸਾਰਾ ਫਿਰ ਇੱਕ ਸੰਯੁਕਤ ਮੋਰਚਾ ਆਉਂਦਾ। ਸੰਯੁਕਤ ਮੋਰਚੇ ਦੇ ਅੰਡਰ ਆ ਜਿਹੜੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿਹੜਾ ਆਪਾਂ ਨਾਅਰਾ ਲਾਉਂਦੇ ਆ, ਉਹ ਸਾਰੇ ਇਕੱਠੇ ਆ। ਕਿਸਾਨ ਨੂੰ ਕਿਤੇ ਵੀ ਜਾ ਕੇ ਜਦੋਂ ਹੁਣ ਬਾਹਰਲੇ ਦੇਸ਼ ਆ, ਜਦੋਂ ਅਫਗਾਨਿਸਤਾਨ 'ਚ ਕੋਈ ਗੱਲਬਾਤ ਹੁੰਦੀ ਹੈ ਤੇ ਉੱਥੇ ਇੰਡੀਅਨ ਦੇਖਿਆ ਜਾਂਦਾ, ਉਹ ਹਿੰਦੂ ਮੁਸਲਮਾਨ ਨਹੀਂ ਦੇਖਿਆ ਜਾਂਦਾ। ਉੱਥੇ ਦੇਖਿਆ ਜਾਂਦਾ ਸਾਡਾ ਇੰਡੀਅਨ ਭਰਾ ਫਸਿਆ। ਇੱਥੇ ਕਿਸਾਨਾਂ ਦੀ ਲੜਾਈ ਆ, ਅਸੀਂ ਦੇਖ ਰਹੇ ਵੀ ਇੱਕ ਕਿਸਾਨ ਫਸਿਆ, ਕਿਸਾਨਾਂ ਤੇ ਹੋ ਰਿਹਾ। ਤੇ ਮਨੋਹਰ ਲਾਲ ਖੱਟਰ ਦਾ ਜਿਹੜਾ ਹੁਣ ਤਾਜ਼ਾ ਬਿਆਨ ਆਇਆ, ਉਹ ਕਹਿੰਦਾ ਹਰਿਆਣੇ ਦੇ ਕਿਸਾਨ ਤਾਂ ਸਾਡੇ ਨਾਲ ਨੇ। ਫਿਰ ਉਹ ਕਿਹੜੇ ਨੇ ਜਿਹੜੇ ਉਹਨੂੰ ਜਹਾਜ਼ ਤੋਂ ਥੱਲੇ ਨਹੀਂ ਉਤਰਨ ਦਿੰਦੇ? ਉਹ ਕਿਹੜੇ ਨੇ ਜਦੋਂ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦਿੰਦੇ? ਫਿਰ ਇਹ ਕਿਸਾਨ ਕਿਹੜੇ ਸੀ ਜਿਹੜੇ ਟੋਲ ਪਲਾਜ਼ੇ ਤੇ ਸੀ? ਸੋ ਸਭ ਤੋਂ ਜ਼ਿਆਦਾ ਕਿਸਾਨਾਂ ਦਾ ਵਿਰੋਧ ਜ਼ਿਆਦਾ ਹਰਿਆਣੇ 'ਚ ਹੀ ਹੈ। ਹਰਿਆਣੇ 'ਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਅਸੀਂ ਉਹਨਾਂ ਨੂੰ, ਉਹ ਸਾਨੂੰ ਵੱਡੇ ਭਰਾ ਮੰਨਦੇ ਨੇ, ਅਸੀਂ ਉਹਨਾਂ ਦੇ ਨਾਲ ਜਦ ਵੀ ਕੋਈ ਇਦਾਂ ਦੀ ਕੋਈ ਕਾਰਵਾਈ ਹੋਊਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ। ਹਰਿਆਣੇ ਦਾ ਜੀ ਸਾਡੀਆਂ ਮੀਟਿੰਗਾਂ ਚੱਲਦੀਆਂ ਹਜੇ। ਵੈਸੇ ਤਾਂ ਹਜੇ ਪ੍ਰੋਗਰਾਮ ਸੀਗਾ ਯੂਪੀ ਦਾ। ਇਹਨਾਂ ਦਾ ਮੇਨ ਮੁੱਦਾ ਹੀ ਇਹ ਸੀਗਾ ਕਿਉਂਕਿ 5 ਤਰੀਕ ਨੂੰ ਜਿਹੜਾ ਯੂਪੀ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਹੈ, ਉਹਦੇ ਮੂਹਰੇ ਕੋਈ ਨਾ ਕੋਈ ਅੜਚਣ ਇਦਾਂ ਦੀ ਲਾਈ ਜਾਵੇ ਕਿ ਆਪਸ 'ਚ ਹੀ ਅਸੀਂ ਉਲਝ ਜਾਈਏ। ਹਾਂਜੀ, ਸਭ ਤੋਂ ਪਹਿਲਾਂ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਮੀਡੀਆ ਦਾ ਜਿਹੜਾ ਸਾਡੀ ਇੱਥੇ ਕਵਰੇਜ ਕਰਨ ਵਾਸਤੇ ਪਹੁੰਚਿਆ ਹੈ। ਅਸੀਂ ਅੱਜ ਮੈਸੇਜ ਦੇਣਾ ਚਾਹੁੰਦੇ ਹਾਂ ਉਸ ਖੱਟਰ ਸਰਕਾਰ ਨੂੰ ਜਿਹਨੇ ਇੰਨੀ ਬੇਰਹਿਮੀ ਨਾਲ ਆਰਡਰ ਦਿੱਤਾ ਲਾਠੀ ਚਾਰਜ ਦਾ, ਜਦੋਂ ਕਿ ਸਾਡੇ ਭਰਾ ਬਿਲਕੁਲ ਸ਼ਾਂਤਮਈ ਬੈਠੇ ਸੀਗੇ, ਆਪਣਾ ਰੋਸ ਧਰਨਾ ਕਰ ਰਹੇ ਸੀਗੇ। ਤੇ ਇਹਨਾਂ ਨੇ ਆਰਡਰ ਦਿੱਤਾ, ਖੱਟਰ ਸਰਕਾਰ ਨੇ ਐਸਡੀਐਮ ਨੂੰ, ਤੇ ਐਸਡੀਐਮ ਜਿਹੜੀ ਭਾਸ਼ਾ ਵਿੱਚ ਬੋਲ ਰਿਹਾ ਸੀਗਾ ਵੀ ਇਹਨਾਂ ਦੇ ਸਿਰ ਪਾੜ ਦਿਓ, ਸਿਰ ਖੋਲ ਦਿਓ, ਕਿ ਇਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਹੋਣਾ ਚਾਹੀਦਾ, 307 ਦਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ। ਤੇ ਜਿਹੜਾ ਪੁਲਿਸ ਵਾਲਾ ਇੱਕ ਸਰਦਾਰ ਹੋ ਕੇ ਲਾਠੀ ਚਾਰਜ ਕੀਤਾ ਉਹਨੇ ਸਾਡੇ ਭਰਾਵਾਂ ਤੇ ਇੰਨੀ ਬੇਰਹਿਮੀ ਨਾਲ, ਜਿਹੜਾ ਬਿਲਕੁਲ ਖਬਰਾਂ ਦੇ ਵਿੱਚ ਮੀਡੀਆ ਦੇ ਵਿੱਚ ਸਾਹਮਣੇ ਆ, ਵੀਡੀਓ ਬਣੀ ਬਕਾਇਦਾ। ਸਾਡੀ ਮੰਗ ਇਹੀ ਹੈ, ਅਸੀਂ ਵਿਰੋਧ ਅੱਜ ਤਾਂ ਹੀ ਕਰ ਰਹੇ ਹਾਂ, ਤਾਂ ਹੀ ਅਸੀਂ ਪੁਤਲੇ ਫੂਕ ਰਹੇ ਹਾਂ ਵੀ ਅਸੀਂ ਚਾਹੁੰਦੇ ਹਾਂ ਇਹਨਾਂ ਦੇ ਪਰਚਾ ਜਿਹੜਾ 307 ਦਾ ਉਹ ਮੁਕੱਦਮਾ ਦਰਜ ਹੋਵੇ ਤੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਸਾਡੀ ਇਹ ਮੰਗ ਹੈ। ਜਦੋਂ ਤੱਕ ਇਹ ਨਹੀਂ ਹੁੰਦਾ ਅਸੀਂ ਇਹ ਤੋਂ ਵੱਧ ਹੋਰ ਵੀ ਰੋਸ ਕਰਾਂਗੇ। ਤੇ ਹਰਿਆਣਾ ਜਿਹੜਾ ਸਾਡਾ ਛੋਟਾ ਭਰਾ ਹੈ, ਅਸੀਂ ਉਹਨਾਂ ਦੇ ਨਾਲ ਖੜਾਂਗੇ। ਜਿਵੇਂ ਤੁਸੀਂ ਪੁੱਛਿਆ ਸੀਗਾ ਨਾ ਵੀ ਹਰਿਆਣੇ ਦੇ ਵਿੱਚ ਲਾਠੀ ਚਾਰਜ ਹੋਇਆ, ਖੱਟਰ ਨੇ ਕਿਹਾ ਹੈ, ਉਹ ਸਾਡੇ ਨਾਲ ਜੁੜੇ ਆ। ਸਾਡਾ ਪੂਰੇ ਭਾਰਤ ਦਾ ਜਿਹੜਾ ਇਹ, ਅਸੀਂ ਸਾਰੇ ਪੂਰੇ ਭਾਰਤ ਕਿਤੇ ਵੀ ਲਾਠੀ ਚਾਰਜ ਹੁੰਦਾ ਅਸੀਂ ਉਹਨਾਂ ਦੇ ਐਵੇਂ ਹੀ ਵਿਰੋਧ ਕਰਾਂਗੇ। ਬਾਈ ਜੀ, ਗੱਲ ਮੈਂ ਉਹੀ ਕਹਿ ਰਿਹਾ ਹੈਗਾ, ਜੇ ਇਹ ਨਾ ਸੋਚੋ ਤੁਸੀਂ ਇਹ ਖੱਟਰ ਨੂੰ ਸਾਡਾ ਨਹੀਂ ਪਤਾ ਲੱਗਣਾ ਹੈਗਾ। ਅੱਜ ਅਸੀਂ ਇਹ ਪੁਤਲਾ ਫੂਕਿਆ, ਇਹ ਵੀ ਖੱਟਰ ਕੋਲ ਜਾਣਾ। ਇਹ ਤਸਵੀਰਾਂ ਜਿਹੜੀਆਂ ਜੁੱਤੀਆਂ ਦਾ ਹਾਰ ਅਸੀਂ ਪਾਇਆ ਹੋਇਆ ਹੈ, ਇਹ ਵੀ ਉਹਨਾਂ ਕੋਲ ਜਾਊਗਾ। ਅਸੀਂ ਐਵੇਂ ਹੀ ਵਿਰੋਧ ਕਰਾਂਗੇ। ਸਾਡੇ ਭਰਾਵਾਂ ਤੇ ਲਾਠੀ ਚਾਰਜ ਕਰਨ ਦਾ ਕੀ ਮਤਲਬ ਬਣਦਾ? ਜਦੋਂ ਸ਼ਾਂਤਮਈ ਅਸੀਂ ਰੋਸ ਕਰ ਸਕਦੇ ਹਾਂ, ਲੋਕਤੰਤਰ ਰਾਜ ਹੈ, ਸਾਨੂੰ ਹੱਕ ਹੈ ਪ੍ਰੋਟੈਸਟ ਕਰਨ ਦਾ, ਤੇ ਅਸੀਂ ਐਵੇਂ ਹੀ ਕਰਦੇ ਰਹਾਂਗੇ ਜੀ। ਮੈਂ ਧੰਨਵਾਦ ਕਰਦਾ ਤਾਂ ਖਾਲਸਾ ਟੀਵੀ ਦਾ ਜਿਹੜੇ ਸਾਡੇ ਬੈਸਟ ਮੋਰਚੇ 'ਤੇ ਸਾਡੀ ਸਾਰੇ ਦੀ ਇੰਟਰਵਿਊ ਲੈਣ ਆਏ, ਕਿਉਂਕਿ ਅਸੀਂ ਇੱਥੇ ਖੱਟਰ ਸਰਕਾਰ ਐਸਡੀਐਮ ਅਨੂਪ ਸਿਨਹਾ ਤੇ ਦਲੇ ਹਰਜਿੰਦਰ ਸਿੰਘ ਜੀ ਦਾ ਪੁਤਲਾ ਸਾੜਨਾ ਹੈ। ਤਾਂ ਅਸੀਂ ਫਿਰ ਇਹਨਾਂ ਦੇ ਪੁਤਲਾ ਇਸ ਲਈ ਸਾੜ ਰਹੇ ਹਾਂ ਕਿਉਂਕਿ ਇਹਨਾਂ ਨੇ ਸਾਡੇ ਨਾਲ ਬਹੁਤ ਗਲਤ ਕੀਤਾ। ਕਿਉਂਕਿ ਜਿਹੜਾ 3rd ਕਾਨੂੰਨ ਐਕਟ ਹੈ ਕੰਟਰੈਕਟ ਫਾਰਮਿੰਗ, ਉਸ ਦੇ ਅੰਦਰ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜੇ ਕੋਈ ਲੜਾਈ ਹੁੰਦੀ ਹੈ ਕੰਪਨੀ ਵਾਲੇ ਦੀ ਕਿਸਾਨਾਂ ਨਾਲ, ਤਾਂ ਉਸ ਦੇ ਅੰਦਰ ਐਸਡੀਐਮ ਤੁਹਾਡੀ ਲੜਾਈ ਸੋਲਵ ਕਰੇਗਾ। ਤੇ ਐਸਡੀਐਮ ਕਿ ਜਦੋਂ ਐਸਡੀਐਮ ਵੀ ਇਹੋ ਜਿਹੇ ਹੋਣ ਲੱਗੇ ਤਾਂ ਉਹ ਸਾਡੀ ਲੜਾਈ ਕਿਹੋ ਜਿਹੀ ਸੋਲਵ ਕਰਨਗੇ। ਤਾਂ ਹੁਣ ਆਪਾਂ ਗੱਲ ਕਰੀਏ ਜੇ ਸਾਡੇ ਇੱਥੇ ਪੁਤਲਾ, ਤੀਜਾ ਪੁਤਲਾ ਸੀਗਾ ਹਰਜਿੰਦਰ ਸਿੰਘ ਜੀ ਦਾ। ਮੈਨੂੰ ਆਹ ਗੱਲ ਨਹੀਂ ਸਮਝ ਆਈ, ਤੁਸੀਂ ਸਿੱਖ ਕੌਮ ਦੇ ਹੋ ਕੇ ਤੁਸੀਂ ਸਾਡੇ ਆਪਣੇ ਬੰਦੇ ਦੀ ਲਾਠੀਆਂ ਚਲਾ ਰਹੇ ਹੋ। ਜਿਹੜੇ ਤੁਸੀਂ ਇੱਕ ਵਾਰੀ ਭਾਈ ਕਨ੍ਹਈਆ ਜੀ ਨੂੰ ਤਾਂ ਪੜ੍ਹ ਕੇ ਦੇਖੋ, ਭਾਈ ਕਨ੍ਹਈਆ ਜੀ ਉਹ ਸੀਗੇ ਜਿਹੜੇ ਆਪਣੇ ਦੁਸ਼ਮਣਾਂ ਦੇ ਪੱਟੀ ਕਰ ਰਹੇ ਸੀਗੇ, ਲੋਹੂ ਲਵਾਨਾ ਨੂੰ ਠੀਕ ਕਰ ਰਹੇ ਸੀਗੇ। ਤੁਸੀਂ ਆਪਣੀ ਕੌਮ 'ਚ ਉਹ ਕਿਹੋ ਜਿਹਾ ਕਰ ਰਹੇ ਹੋ? ਤਾਂ ਮੋਦੀ, ਜਦੋਂ ਅਸੀਂ ਸਕੂਲ 'ਚ ਜਾਈਏ ਤਾਂ ਸਾਨੂੰ ਸਭ ਤੋਂ ਪਹਿਲਾਂ ਲੈਸਨ ਹੁੰਦਾ ਕਿ ਸੱਚ ਬੋਲੋ, ਸੱਚ ਬੋਲੋ, ਸੱਚ ਬੋਲੋ। ਹੁਣ ਅਸੀਂ ਸੱਚ ਬੋਲ ਰਹੇ ਤਾਂ ਸਾਡਾ ਸੱਚ ਕੜਵਾ ਕਿਉਂ ਲੱਗ ਰਿਹਾ ਜੀ? ਇਹ ਜਿਹੜਾ ਸਿਸਟਮ ਕੱਲ ਹੋਇਆ ਨਾ, ਮਾਰਕਟਾਈ ਹੋਈ ਹੈ, ਲਾਠੀ ਚਾਰਜ ਹੋਇਆ ਹੈ, ਇਹ ਜਿਹੜਾ ਆਪਣੇ ਆਪ ਨਾ ਇਤਿਹਾਸ ਦੁਹਰਾਇਆ ਜਾਂਦਾ ਹੈ। ਸਾਨੂੰ ਮਹਿਸੂਸ ਘੱਟ ਹੁੰਦਾ ਲੇਕਿਨ ਇਹ ਰਿਪੀਟ ਹੁੰਦਾ ਹੈ। 1919 'ਚ ਵੀ ਇਹ ਹੋਇਆ ਸੀ ਐਕਸ਼ਨ, ਉਦੋਂ ਹਕੂਮਤ ਹੋਰ ਸੀ, ਚਿਹਰੇ ਹੋਰ ਸੀ। ਹੁਣ ਹਕੂਮਤ ਜਿਹੜੀ ਹੈਗੀ ਇਹਨਾਂ ਦੇ ਚਿਹਰੇ ਬਦਲ ਗਏ, ਕਾਰਵਾਈਆਂ ਉਹੀ ਨੇ, ਹਕੂਮਤ ਦਾ ਸਿਸਟਮ ਬਦਲ ਗਿਆ। ਲੇਕਿਨ ਹਕੂਮਤ ਦਾ ਤੇ ਜਨਤਾ ਦਾ ਜਿਹੜਾ ਤਾਲਮੇਲ ਹੈ, ਰਿਲੇਸ਼ਨ ਨੇ, ਇਹ ਹਮੇਸ਼ਾ ਇੱਦਾਂ ਰਹਿਣਾ ਹੈ। ਹਿੰਦੁਸਤਾਨ ਦੀ ਹਕੂਮਤ ਹਮੇਸ਼ਾ ਖਾਸ ਤੌਰ ਤੇ ਕਿਸਾਨਾਂ ਨਾਲ ਤੇ ਗਰੀਬ ਨਾਲ ਧੱਕਾ ਕਰਦੀ ਰਹੀ ਹੈ, ਕਿਉਂਕਿ ਇਹਨਾਂ ਦੇ ਲੋੜ ਪੈਣ ਤੇ ਜਿਹੜੇ ਕੰਮ ਆਉਂਦੇ ਨੇ ਹਕੂਮਤ ਦੇ, ਉਹ ਕਾਰਪੋਰੇਟ ਵਾਲੇ ਲੋਕ ਆਉਂਦੇ ਨੇ, ਅਮੀਰ ਲੋਕ ਕੰਮ ਆਉਂਦੇ ਨੇ, ਉਹੀ ਪੈਸੇ ਦਿੰਦੇ ਨੇ, ਉਹੀ ਵੋਟਾਂ ਲੜਾਉਂਦੇ ਨੇ, ਉਹੀ ਇਲੈਕਸ਼ਨਾਂ ਲੜਾਉਂਦੇ ਨੇ। ਸਾਡੇ ਤੋਂ ਇਹਨਾਂ ਨੇ ਕੀ ਲੈਣਾ ਹੈ? ਸਾਡੇ ਇਹਨਾਂ ਨੇ ਕਿਸੇ ਨਾ ਕਿਸੇ ਤਰੀਕਾ
ਜ਼ਮੀਨਾਂ ਖੋਹਣੀਆਂ ਨੇ। ਜ਼ਮੀਨਾਂ ਜੇ ਖਰੋਂਦੇ ਨੇ ਅਸੀਂ ਵਿਰੋਧ ਕਰਦੇ ਹਾਂ, ਸਾਡੇ ਤੇ ਲਾਠੀ ਚਾਰਜ ਕਰਦੇ ਨੇ। ਲਾਠੀ ਚਾਰਜ ਵੀ ਉਹਨਾਂ ਤੇ ਕਰਦੇ ਨੇ ਜਿਹੜੇ ਸ਼ਾਂਤਮਈ ਬੈਠੇ ਨੇ। ਸਾਡੇ ਤਾਂ ਇਹਨਾਂ ਨੂੰ ਇਸ ਚੀਜ਼ ਦਾ, ਮੈਂ ਤਾਂ ਕਹਿੰਦਾ ਸਾਡਾ ਇਹ ਸਬਰ ਨਾ ਤੁਸੀਂ ਚੈੱਕ ਕਰੋ, ਨਾ ਚੈੱਕ ਕਰੋ, ਕਿਉਂਕਿ ਜੇ ਤੁਹਾਡੇ ਕੋਲ ਡੰਡੇ ਨੇ ਤੇ ਸਾਡੇ ਕੋਲ ਬਹੁਤ ਕੁਝ ਹੈ। ਪਰ ਲੇਕਿਨ ਸਾਨੂੰ ਹਦਾਇਤ ਹੈ ਵੀ ਸ਼ਾਂਤਮਈ ਪ੍ਰੋਗਰਾਮ ਰੱਖਣਾ ਹੈ ਕਿ ਸਾਡਾ ਪ੍ਰੋਗਰਾਮ ਥਿੜਕ ਨਾ ਜਾਵੇ। ਲੇਕਿਨ ਇਹਨਾਂ ਦਾ ਅਸੀਂ ਜਵਾਬ ਕਿਸੇ ਵੀ ਤਰੀਕੇ ਦੇਖ ਸਕਦੇ ਹਾਂ। ਅਸੀਂ ਸਾਡੀ ਜਿਹੜੀ ਦਿੱਲੀ ਹਾਈ ਕਮਾਂਡ ਬੈਠੀ ਹੈ ਸੰਯੁਕਤ ਕਿਸਾਨ ਮੋਰਚੇ ਦੀ, ਉਹਨਾਂ ਦੀ ਰਹਿਨੁਮਾਈ 'ਚ ਜਿਵੇਂ ਵੀ ਉਹ ਕਹਿੰਦੇ ਨੇ ਉਵੇਂ ਚੱਲਾਂਗੇ। ਪਰ ਇਹ ਜਿਹੜਾ ਖੱਟੜ ਹੈ ਇਹ ਇੰਨੀ ਬਦਤਮੀਜ਼ੀ ਨਾਲ ਆਪਦੇ ਜਿਹੜੇ ਆਕਾ ਉੱਪਰ ਬੈਠੇ ਨੇ ਉਹਨਾਂ ਦੇ ਕਹਿਣ ਨਾਲ ਚੱਲਦਾ ਹੈ, ਵਰਤਦਾ ਇਹ ਸਾਡੇ ਲੋਕਾਂ ਨੂੰ ਹੈ। ਜਿਹੜੇ ਲੋਕਾਂ ਨੇ ਲਾਠੀ ਚਾਰਜ ਕੀਤਾ, ਜਿਨ੍ਹਾਂ ਨੇ ਸਿਰ ਫੋੜਨ ਦੀ ਗੱਲ ਕੀਤੀ ਹੈ, ਉਹ ਸਾਡੇ 'ਚੋਂ ਹੀ ਨੇ, ਉਹ ਸਾਡੇ 'ਚ ਨੇ। ਹੁਣ ਅਸੀਂ ਇਹਨਾਂ ਦਾ ਇੱਕ ਸਾਡਾ ਅਸੀਂ ਨਿਸ਼ਾਨਾ, ਸਾਡੇ ਹਾਈ ਕਮਾਂਡ ਨੇ ਕਿਹਾ ਵੀ ਹੈ ਵੀ ਜਿਹੜੇ ਐਸਡੀਐਮ ਨੇ ਸਾਡੇ ਕਾਨੂੰਨ, ਜੇ ਕਾਨੂੰਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਅਸੀਂ ਐਸਡੀਐਮ ਕੋਲੇ ਜਾਣਾ ਸੀ, ਜੇ ਕਾਨੂੰਨ ਲਾਗੂ ਹੁੰਦੇ ਨੇ, ਉਹ ਇਹੋ ਜਿਹੇ ਐਸਡੀਐਮ ਹੋਣਗੇ ਤੇ ਸਾਡੇ ਸਿਰ ਫੋੜਨਗੇ। ਸੋ ਇਹੋ ਜਿਹੇ ਐਸਡੀਐਮਾਂ ਦਾ ਅਸੀਂ ਬਾਈਕਾਟ ਕਰਦੇ ਹਾਂ। ਬਾਈਕਾਟ ਨਹੀਂ ਕਰਦੇ ਅਸੀਂ, ਇਹਨਾਂ ਦੀ ਡਿਸਮਿਸਲ ਕਰਾਉਣੀ ਹੈ। ਅਸੀਂ ਇਹਨਾਂ ਨੂੰ ਇਸ ਨੌਕਰੀ ਤੋਂ ਬਰਖਾਸਤ ਕਰਾਉਣ ਤੱਕ ਸਾਡਾ ਇਹ ਮੋਰਚਾ, ਜਿਵੇਂ ਇਹਨਾਂ ਨੇ ਸਾਡੇ ਨੇ ਝਡੂਨੀ ਸਾਹਿਬ ਨੇ ਵੀ ਕਿਹਾ, ਹੋਰਾਂ ਨੇ ਵੀ ਕਿਹਾ, ਅਸੀਂ ਇਹਨਾਂ ਨੂੰ ਟਾਈਮ ਦਿੱਤਾ ਹੋਇਆ। ਅਸੀਂ ਇਹਨਾਂ ਨੂੰ ਬਰਖਾਸਤ ਤੱਕ ਇਹ ਮੋਰਚਾ ਲਾਉਣਾ ਹੈ। ਜੇ ਇਹ ਸਿੱਧੇ ਹੋ ਕੇ ਕਰ ਦੇਣਗੇ, ਨਹੀਂ ਅਸੀਂ ਹੋਰ ਵੀ ਤਰੀਕੇ ਅਖਤਿਆਰ ਕਰਾਂਗੇ।